सर्विसेज प्राइवेट लिमिटेड। कॉल 99 149 99 922। ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ। ਅੱਜ ਦਾ ਫੇਰ ਪ੍ਰੋਗਰਾਮ ਲੈ ਕੇ ਇੱਕ ਐਕਸਪਰਟ ਨੂੰ ਸੱਦਾ ਦੇ ਕੇ ਇਸ ਪ੍ਰੋਗਰਾਮ ਨੂੰ ਲੈ ਕੇ ਰੋਜ਼ ਹਾਜ਼ਰ ਹੋਈਦਾ, ਤਾਂ ਕਿ ਜਿਹੜੇ ਵੀ ਬੱਚੇ ਸਾਡੇ ਪ੍ਰਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਲਈ ਅਸੀਂ ਸਵਾਲ ਜਵਾਬ ਉਹਨਾਂ ਨਾਲ ਸਾਂਝੇ ਕਰ ਪਾਈਏ, ਉਹਨਾਂ ਲਈ ਹਰ ਉਹ ਰਿਕੁਆਇਰਮੈਂਟ, ਹਰ ਉਹ ਚੀਜ਼ ਉਹਨਾਂ ਲਈ ਡਿਸਕਸ ਕਰ ਪਾਈਏ ਜਿਹੜੇ ਬੱਚਿਆਂ ਲਈ ਜਾਣਨੀ ਬਹੁਤ ਜ਼ਰੂਰੀ ਹੈ। ਕੰਟਰੀ ਹਮੇਸ਼ਾ ਟੌਪਿਕ ਅਲੱਗ-ਅਲੱਗ ਰਹਿੰਦੇ ਨੇ, ਐਕਸਪਰਟਸ ਵੀ ਅਲੱਗ-ਅਲੱਗ ਆਉਂਦੇ ਨੇ, ਆਪਣੀ ਐਕਸਪਰਟਾਈਜ਼ ਦੇ ਸਦਕੇ ਇਸ ਸ਼ੋਅ ਦੇ ਵਿੱਚ ਜਵਾਬ ਦਿੰਦੇ ਆ। ਅੱਜ ਵੀ ਇਸੇ ਕੋਸ਼ਿਸ਼ ਦੇ ਤਹਿਤ ਆਸਟ੍ਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਤੇ ਡਿਸਕਸ਼ਨ ਕਰਨ ਲਈ, ਉਹਨਾਂ ਤੇ ਡਿਸਕਸ਼ਨ ਕਰਨ ਦੇ ਲਈ ਤੁਹਾਨੂੰ ਪਤਾ ਅੱਜ ਦੇ ਦਿਨ ਅਸੀਂ ਹਮੇਸ਼ਾ ਸੱਦਾ ਦਿੰਦੇ ਆ ਵੈਸਟਰਨ ਓਵਰਸੀਜ਼ ਤੋਂ ਪ੍ਰਦੀਪ ਜੀ ਨੂੰ, ਤੇ ਉਹਨਾਂ ਦੇ ਨਾਲ ਅੱਜ ਇੱਕ ਖਾਸ ਐਕਸਪਰਟ ਜਿਹੜੇ ਆਸਟ੍ਰੇਲੀਆ ਦੇਖਦੇ ਨੇ, ਉਹਨਾਂ ਦੇ ਆਸਟ੍ਰੇਲੀਆ ਟੀਮ ਦੇ ਜਿਹੜੇ ਹੈਡ ਨੇ ਜਸਲੀਨ ਮੈਮ ਸਾਡੇ ਨਾਲ ਨੇ। ਪਹਿਲੇ ਸਵਾਗਤ ਕਰਦੀ ਉਹਨਾਂ ਦਾ। ਪ੍ਰਦੀਪ ਜੀ, ਜਸਲੀਨ ਮੈਮ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸੋ ਸ਼ੁਰੂਆਤ ਕਰਾਂਗੇ ਜੀ ਜਸਲੀਨ ਜੀ ਤੋਂ, ਕਿਉਂਕਿ ਸਾਡੇ ਗੈਸਟ ਨੇ। ਜਸਲੀਨ, ਆਸਟ੍ਰੇਲੀਆ ਤੁਸੀਂ ਦੇਖ ਰਹੇ ਹੋ, ਆਸਟ੍ਰੇਲੀਆ ਕਾਫੀ ਜ਼ਿਆਦਾ ਇਸ ਟਾਈਮ ਮੈਂ ਕਹੂੰਗਾ ਕਨਫਿਊਜ਼ਨ ਦਾ ਤੇ ਡਾਊਟਸ ਦਾ ਕਾਰਨ ਬਣਿਆ, ਕਿਉਂਕਿ ਜਦੋਂ ਪ੍ਰਮੋਸ਼ਨ ਘਟਦੀ ਹੈ ਸਾਡੇ ਪੰਜਾਬੀਆਂ ਦਾ ਹਮੇਸ਼ਾ ਹੁੰਦਾ ਵੀ ਨਹੀਂ ਇਹਦਾ ਸਟ੍ਰਿਕਟ ਹੋ ਗਿਆ ਕੰਮ ਜੀ, ਬਾਕੀ ਵੈਸੇ ਵੀ ਹੈ ਜਾਂ ਪ੍ਰੈਜ਼ੈਂਟ ਸਿਨੈਰੀਓ ਕੁਝ ਹੋਰ ਹੈ? सर देखो, स्ट्रिक्ट नहीं है, इट्स जस्ट दैट कि थोड़ा जा स्ट्रीमलाइन हो चुका है। पहला स्टूडेंट्स ਦਾ ਸੀਗਾ ਕਿ 5.5 ਤੇ ਵੀ ਹਰ ਇੱਕ ਸਟੂਡੈਂਟ ਦਾ ਵੀਜ਼ਾ ਆ ਜਾਂਦਾ ਸੀ ਨੋਰਮਲੀ, ਜਿਹਦੇ ਕੋਲ ਫੰਡ ਨਹੀਂ ਹੈਗੇ, ਠੀਕ ਹੈ, ਕੰਸਲਟੈਂਟਸ ਤੋਂ ਫੰਡ ਅਰੇਂਜ ਕਰਾਏ ਤੇ ਹੋ ਗਿਆ ਕੰਮ, ਠੀਕ ਹੈ, ਤੇ ਵੀਜ਼ਾਸ ਆ ਜਾਂਦੇ ਸੀ। ਬਟ ਅੱਜ ਦੀ ਡੇਟ 'ਚ ਆਸਟ੍ਰੇਲੀਆ ਸਟ੍ਰਿਕਟ ਵੀ ਨਹੀਂ, ਅਸੀਂ ਇਹ ਕਹਿ ਸਕਦੇ ਕਿ ਸਟ੍ਰੀਮਲਾਈਨ ਹੋ ਚੁੱਕਿਆ ਹੈ। ਜੇ ਤੁਹਾਡੇ 6 ਬੈਂਡ ਹੈ ਤੇ ਅੱਛੀ ਪਰਸੈਂਟੇਜ ਹੈ ਤਾਂ ਹੀ ਤੁਹਾਨੂੰ ਵੀਜ਼ਾ ਮਿਲੇਗਾ, ਅਦਰਵਾਈਜ਼ ਤੁਹਾਡੇ ਵੀਜ਼ਾ ਦੇ ਚਾਂਸਸ ਘੱਟ ਰਹਿਣਗੇ। ਜਦੋਂ ਤਾਂ SSVF ਇੰਟਰੋਡਿਊਸ ਹੋਇਆ, GT ਕ੍ਰਾਈਟੇਰੀਆ ਕਹਿੰਦੇ ਫੋਲੋ ਹੁੰਦਾ, ਉਹ ਤਾਂ ਸੇਮ ਐਸਵੀ ਵਿੱਚ ਵੀ ਹੁੰਦਾ ਸੀ। ਚੇਂਜਸ ਕੀ ਆਈਆਂ ਉਹਨਾਂ ਦੋਨਾਂ ਦੇ ਵਿੱਚ? ਸਰ ਚੇਂਜਸ ਇਹ ਹੈ ਕਿ ਐਮਬੈਸੀ ਨੇ ਪਹਿਲਾਂ ਜਿਹੜੇ ਫੰਡਿੰਗ ਦਾ ਕ੍ਰਾਈਟੇਰੀਆ ਸੀ ਉਹ ਛੱਡ ਦਿੱਤਾ ਸੀ ਕਿ ਕਾਲਜਸ ਤੇ ਯੂਨੀਵਰਸਿਟੀਜ਼ ਦੇ ਵਿੱਚ, ਤੇ ਹੁਣ ਕਈ ਕੰਸਲਟੈਂਟਸ ਕੀ ਕਰਦੇ ਸੀਗੇ ਕਿ ਯੂਨੀਵਰਸਿਟੀਜ਼ ਨਾਲ ਟਾਈ ਅਪ ਕੀਤਾ ਕਿ ਅਸੀਂ ਫੰਡ ਆਪੇ ਹੀ ਦੇਖ ਲਾਂਗੇ, ਕਿ ਤੁਸੀਂ ਸਿਰਫ ਐਪਲੀਕੇਸ਼ਨ ਪੁੱਟ ਕਰੋ, ਇਹਦਾ ਵੀਜ਼ਾ ਤਾਂ ਆ ਹੀ ਜਾਣਾ ਹੈ। ਅੱਜ ਦੀ ਡੇਟ 'ਚ ਐਮਬੈਸੀ ਨੇ ਉਹ ਜਿਹੜਾ ਰਾਈਟ ਹੈ ਉਹ ਯੂਨੀਵਰਸਿਟੀਜ਼ ਤੇ ਕਾਲਜਸ ਤੋਂ ਲੈ ਲਿਆ, ਐਕਸੈਪਟ ਫॉर ਕੈਟਾਗਰੀ 1। ਜੇ ਸਟੂਡੈਂਟ ਕੋਲ ਫੰਡਸ ਨਹੀਂ ਹੈ ਤਾਂ ਐਮਬੈਸੀ ਮਤਲਬ ਖੁਦ ਚੈੱਕਅਪ ਕਰਦੀ ਹੈ, ਐਮਬੈਸੀ ਇੱਕ ਇੱਕ ਚੀਜ਼ ਦੀ ਵੈਰੀਫਿਕੇਸ਼ਨ ਕਰਦੀ ਹੈ ਬੈਂਕ 'ਚੋਂ, ਟੈਲੀਫੋਨਿਕਲੀ ਜਾਂ ਫਿਰ ਈਮੇਲ ਦੇ ਰਾਹੀਂ, ਤੇ ਫੰਡਿੰਗ ਦੇ ਬੇਸਿਸ ਤੇ ਹੀ ਸਰ ਅੱਜ ਦੀ ਡੇਟ 'ਚ ਵੀਜ਼ਾ ਮਿਲਦੇ ਆ। ਪ੍ਰਦੀਪ ਜੀ, ਤੁਹਾਡੇ ਦਾ ਮੈਂ ਮਿਲਦਾ ਜੁਲਦਾ ਹੀ ਸਵਾਲ ਕਰਾਂਗਾ। ਜੇ ਇੰਨਾ ਸੌਖਾ ਹੈ, ਪ੍ਰੈਜ਼ੈਂਟ ਸਿਨੈਰੀਓ ਠੀਕ ਚੱਲ ਰਿਹਾ ਜੋ ਜਸਲੀਨ ਦੱਸ ਰਹੇ ਨੇ, ਪ੍ਰਮੋਸ਼ਨ ਕਿਉਂ ਘਟ ਗਈ? ਕਿਉਂਕਿ ਸਾਡੇ ਪੰਜਾਬ ਦਾ ਇੱਕ ਟ੍ਰੈਂਡ ਹੈ, ਤੁਸੀਂ ਵੀ ਹੁਣ ਵਾਕਿਫ ਹੋਣੇ ਹੋ, ਜਿਹੜੇ ਚੀਜ਼ ਦਾ ਵੀਜ਼ਾ ਹੁੰਦੇ ਨੇ ਉਧਰ ਬੋਰਡ ਬੜੇ ਲੱਗਦੇ ਆ। ਅੱਜ ਕੱਲ ਬੋਰਡ ਕੈਨੇਡਾ ਵੱਲ ने रीजन 3-4 सर इस पे। हमारा कनाडा भी इतना ही अच्छा है, ऑस्ट्रेलिया भी इतना अच्छा है, न्यूजीलैंड जाने वाले भी इतने ही अच्छे हैं जी। बात ये है कि भाई आपका टेस्ट की बात है। अब जैसे आपका क्वेश्चन है, इस क्वेश्चन का आंसर थोड़ा सा स्टूडेंट्स की तरफ से आता है ये चीजें कि जो स्टूडेंट्स शॉर्टकट मारना चाहते हैं, जैसे अगर हम कनाडा की बात करें, कनाडा में फंड नहीं दिखाने, 6 बैंड आ गए, जैसे जसलीन मैम ने बोला कि 6 बैंड हो, परसेंटेज ठीक हो तो आप चले जाओगे। अब वो जिसने न्यूजीलैंड ऑस्ट्रेलिया जाना है, जिसने ऑस्ट्रेलिया जाना है, जिसकी रिक्वायरमेंट आज वो जा रहा है, अदरवाइज वो सोचता है कि यार चल 6 बैंड तो आगे कनाडा ही रिस्क ले लें, ठीक है। ये एक मेजर रीजन है कि आज की डेट में कनाडा वीजा दे रहा है, वेल एंड गुड है, क्योंकि ना कोई फंड दिखाना, ना कोई डॉक्यूमेंटेशन दिखाना। लेकिन अगर आप ऑस्ट्रेलिया जाते हो, रिक्वायरमेंट अगेन 6 बैंड के आसपास ही, अगर हरियाणा और पंजाब से खासकर आप हो तो आपको 6 बैंड है। अदर बोर्ड, स्टेट बोर्ड कोई और है आपका, हिमाचल, यूपी, राजस्थान, तो 5.5 बैंड में वीजा आ रहे हैं, लेकिन फंड तो दिखाने हैं। और दूसरा कंसल्टेंट भी ये सोचता है चल यार यहाँ पे हिंगना फिटकड़ी कुछ नहीं लग रही, चल आपको ऑस्ट्रेलिया कनाडा ही भेज देते हैं, सौखा सा प्रोसेस है। ये एक थोड़ा सा रीजन है। अदरवाइज ऑस्ट्रेलिया आज की डेट में चल रहा है, ऑस्ट्रेलिया एवरग्रीन है, सौखा प्रोसेस, मतलब इसलिए ये चलेगा, हमेशा चलेगा। कनाडा क्या था, थोड़ा सा सौखा प्रोसेस है, फंड्स नहीं दिखाने, इसलिए लोग उस तरफ थोड़ा सा ये सोचते हैं। ਪ੍ਰਦੀਪ ਜੀ, ਅੱਗੇ ਹੁੰਦਾ ਸੀ ਜਿਵੇਂ ਨਾ ਕੁਐਰੀਜ਼ ਹੁੰਦੀਆਂ ਸੀ ਆਸਟ੍ਰੇਲੀਆ ਦੀਆਂ, ਨਿਊਜ਼ੀਲੈਂਡ ਦੀਆਂ, ਅਲੱਗ-ਅਲੱਗ ਕੈਟਾਗਰਾਈਜ਼ ਵਾਈਜ਼ ਸਟੂਡੈਂਟ ਆਪਣੇ ਆਪਣੇ ਚੁਆਇਸ ਲੈ ਕੇ ਆਉਂਦਾ ਸੀਗਾ। 5.5 ਬੈਂਡ ਨੇ, ਬੱਚਾ ਕਹਿੰਦਾ ਜਾਂ ਕੈਨੇਡਾ ਚੱਲ, ਸੌਰੀ ਆਸਟ੍ਰੇਲੀਆ ਚੱਲ ਜਾਗਾ ਜਾਂ ਨਿਊਜ਼ੀਲੈਂਡ ਚਲੇ ਜਾਗਾ। 6 ਬੈਂਡ ਆ ਗਏ, 6.5 ਆ ਗਏ ਤੇ ਕੈਨੇਡਾ ਚਲੇ ਜਾਗੇ। ਅੱਜ ਕੀ ਹੋ ਰਿਹਾ, 5.5 ਆ ਗਏ ਤਾਂ ਵੀ ਬੰਦਾ ਕੈਨੇਡਾ ਜਾਣਾ ਚਾਹੁੰਦਾ, 6 ਆ ਗਏ ਤਾਂ ਵੀ ਕੈਨੇਡਾ ਜਾਣਾ ਚਾਹੁੰਦਾ, ਵੀ ਹਰ ਇੱਕ ਨੂੰ ਇਹ ਲੱਗਦਾ ਪਹਿਲੇ ਕੈਨੇਡਾ ਟਰਾਈ ਕਰ ਲਓ। ਉਹਦਾ ਰੀਜ਼ਨ ਕੀ? रीजंस देखो, एक तो 2 ईयर की स्टडी करनी है, 3 साल का वर्क वीजा है, ठीक है, और दूसरा फंड्स नहीं दिखाने हैं, एम्बेसी वीजा दे रही है, और 5.5 बैंड पे 5 बैंड पे लोग इसलिए रिस्क ले रहे हैं क्योंकि आज की डेट में कुछ शरारती तत्व मार्केट में बहुत ज्यादा आ गए। परसेंटेज सिर्फ वही 10% है ऐसे स्टूडेंट्स की जो 5 विदाउट आयल्स या 5 बैंड या 5.5 बैंड पे लगाएंगे। 90% 80-85% उनके रिफ्यूजल से आज की डेट में भी। लेकिन रिस्क ले रहे हैं लोग। स्टूडेंट को भी लगता है कि यार 5 बैंड पे इतना बड़ा नाम कनाडा,
क्या पता ले ले रिस्क हो ही जाए। तो ये सब चीजें हैं। अदरवाइज आज की डेट में कंट्री सारे चल रहे हैं। आपने कनाडा जाना है 6 बैंड लेने की कोशिश करो, अगर आपने ऑस्ट्रेलिया जाना है आप स्टेट बोर्ड से हरियाणा पंजाब से ट्राई टू गेट 6 बैंड, अदरवाइज किसी और बोर्ड से 5.5 बैंड ਵੀ ਵੀਜ਼ਾ ਹੈ। ਤੁਸੀਂ ਬੋਰਡ ਦਾ ਬੜਾ ਜ਼ਿਕਰ ਕਰ ਰਹੇ ਹੋ। ਮੈਂ ਇੱਥੇ ਪੁੱਛਣਾ ਚਾਹੁੰਦਾ, ਜਿਹੜੀ ਅਸੀਂ ਪਹਿਲਾਂ ਗੱਲ ਕਰਦੇ ਸੀ ਪੰਜਾਬ ਬੋਰਡ ਨੂੰ ਲੈ ਕੇ, ਸਟੇਟ ਬੋਰਡ ਨੂੰ ਲੈ ਕੇ ਦਿੱਕਤ ਹੈ, ਫਿਰ ਗੱਲ ਆਈ ਵੀ ਨਹੀਂ ਉਹ ਜਿਹੜੀ ਪ੍ਰੋਬਲਮ ਸੀ ਸੋਲਵ ਹੋ ਗਈ ਹੈ। ਹੁਣ ਫਿਰ ਉਹ ਚੀਜ਼ਾਂ ਸੁਣਨ ਨੂੰ ਆ ਰਹੀਆਂ ਵੀ AL ਕੈਟਾਗਰਾਈਜ਼ ਜਿਹੜੀ ਇੰਸਟੀਟਿਊਸ਼ਨਸ ਨੇ ਉਹ ਥੋੜਾ ਜਿਹਾ ਕਰ ਰਹੀਆਂ ਵੀ ਸਟੇਟ ਬੋਰਡ ਅਸੀਂ ਪੰਜਾਬ ਬੋਰਡ ਨਹੀਂ ਲੈਣਾ। ਵਾਕਈ ਸੱਚਾਈ ਇਹਦੇ ਵਿੱਚ? सच्चाई है। एक टेफ ऐसे है, टेफ साउथ ऑस्ट्रेलिया, उन्होंने स्टेट फॉरवर्ड लिखा है कि वी आर नॉट एक्सेप्टिंग स्टेट बोर्ड, खासकर हरियाणा पंजाब स्टूडेंट्स। तो उनको इसके पीछे रीजंस है। एक तो यहाँ से सबसे ज्यादा बच्चे जाते हैं, जब वहां पे जाके एग्जाम्पल सेट होता है कि कोई बच्चे ने बंक मारा, कॉलेज नहीं गया, इलीगल हो गए, तो मेजोरिटी ऑफ द स्टूडेंट्स कहाँ गए? हरियाणा पंजाब, ठीक है। और कौन सा बोर्ड? हरियाणा पंजाब बोर्ड। तो वो एक माइंड सेट हो गया वीजा ऑफिसर का भी, उधर से कॉलेज और यूनिवर्सिटीज का भी, कि सबसे ज्यादा बच्चे ये आते हैं। और कहीं ना कहीं स्टेट बोर्ड में लीनियंसी भी बढ़ती जाती है। पीछे ये भी हुआ, मैं कुछ मतलब कुछ और अपने एसोसिएट्स के साथ बैठा था तो ये बातें निकल के आई थी कि एम्बेसी ने भी कहीं वेरिफिकेशन की, या जैसे हरियाणा बोर्ड या स्टेट बोर्ड अपना पंजाब बोर्ड पे, तो निकल के आई कि एक बच्चे के इंग्लिश में 80% मार्क्स आते हैं लेकिन उनके 5.5 बैंड आते हैं, तो 80% कैसे दे देते हो? बोलते जी हम लीनियंसी बढ़ते हैं। तो ऐसी कुछ चीजें हैं। ये एक मतलब एक माइंड सेट हो चुका है कमीशन का। इसलिए स्टेट बोर्ड खासकर हरियाणा पंजाब प्लीज 6 बैंड लेके आओ, आप ऑस्ट्रेलिया का वीजा लो, लगेगा। जसलीन मैम इज हियर, शी इज द स्पेशलिस्ट फॉर ऑस्ट्रेलिया, शी इज द कंट्री हेड, और आपके चांसेस पूरे रहेंगे। तो ऑस्ट्रेलिया ਨੂੰ ਲੈ ਕੇ ਜਿਹੜੇ ਤਾਂ ਮਨ ਦੇ ਡਾਊਟ ਨੇ, ਕੰਫਿਊਜ਼ ਨੇ ਵੀ ਵੀਜ਼ਾ ਨਹੀਂ ਆ ਰਿਹਾ, ਐਸੀ ਕੋਈ ਗੱਲਬਾਤ ਨਹੀਂ ਹੈ। वीजाज आ रहे हैं, डिपेंड्स ऑन प्रोफाइल, थोड़े फंड्स, हर चीज जेडे मैटर करेगी। ऐसा एक जसलीन हमारा एक 5.5 बैंड पंजाब बोर्ड, कौन सा बोर्ड से बेटा जिसका वीजा है, कौन से कोर्स में गया बताना सर? स्टूडेंट गया है डिप्लोमा ऑफ चाइल्डहुड, अर्ली चाइल्डहुड एंड एजुकेशन केयर, न्यू एरा इंस्टीट्यूट द सरो वीजा है। मतलब पंजाब बोर्ड का भी वीजा है 5.5 बैंड पे, लेकिन मैं इसको प्रमोट नहीं कर सकता कि 5.5 बैंड पे पंजाब बोर्ड के मेरे वीजे आ गए। सर वो एक वीजा आ गया, एक स्पेशलाइज कोर्स में बच्चा गया, ठीक है उसका वीजा लगा है, लेकिन 90% 99% रिफ्यूज भी तो हो रहे हैं 5.5 बैंड पे, अगर हरियाणा और पंजाब बोर्ड है तो हम इसको प्रमोट नहीं कर सकते। दूसरी जी एक चीज मैं पूछना चाहूंगा, जिवें स्टेट बोर्ड ਨੂੰ ਲੈ ਕੇ ਗੱਲ ਹੋ ਰਹੀ ਵੀ ਮਾਈਂਡ ਸੈਟਅਪ ਹੋ ਚੁੱਕਾ ਹੈ। ਪੰਜਾਬ ਹਰਿਆਣਾ ਦੇ ਬੱਚਿਆਂ ਨੇ ਕੁਝ ਜਿਹੜੇ ਪਹਿਲੇ ਗਏ ਕੁਝ ਗਲਤੀਆਂ ਕੀਤੀਆਂ ਜਿਹਦੇ ਕਰਕੇ ਹੋਣ ਵਾਲੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ। ਵਾਕਈ ਇਹ ਮਾਈਂਡ ਸੈਟਅਪ ਹੈ ਵੀ GT ਦੇ ਵਿੱਚ ਫਾਲ ਹੀ ਨਹੀਂ ਕਰਦੇ ਬੱਚੇ, ਵੀ ਜੈਨੂਇਨ ਟੈਂਪਰੇਰੀ ਐਂਟਰ ਨਹੀਂ ਨੇ? ਸਰ ਨਹੀਂ, ਇਹੋ ਜਿਹਾ ਕੋਈ ਪ੍ਰੋਬਲਮ ਨਹੀਂ। ਬੋਰਡ ਦਾ ਐਕਚੁਅਲੀ ਇਹਦੇ ਵਿੱਚ ਰੋਲ ਨਹੀਂ ਹੈ। ਜੇ ਆਪਾਂ ਸਟੂਡੈਂਟ ਦੀ ਕੈਪੇਬਿਲਿਟੀ ਵੀ ਦੇਖੀਏ ਨਾ, ਸਟੂਡੈਂਟ ਦਾ ਵੀ ਖੁਦ ਦਾ ਇੱਕ ਮਾਈਂਡਸੈਟ ਹੈ ਕਿ ਮੇਰੇ CBSE ਚੋਂ ਜੇ 60% ਨੰਬਰ ਆ ਰਹੇ ਹਨ ਤਾਂ ਮੈਂ ਆਪਣੀ ਪਰਸੈਂਟੇਜ ਵਧਾਉਣੀ ਹੈ, ਮੈਂ ਬਾਹਰ ਜਾਣਾ ਤਾਂ ਮੈਂ ਸਟੇਟ ਬੋਰਡ ਚਲੇ ਜਾਣਾ। ਉੱਥੇ ਉਹਦਾ ਮਾਈਂਡਸੈਟ ਹੈ ਕਿ ਮੈਨੂੰ 20% ਵੱਧ ਮਿਲ ਜਾਣਗੇ। ਹੁਣ ਐਮਬੈਸੀ ਨੂੰ ਵੀ ਇਹ ਚੀਜ਼ ਪਤਾ ਹੈ ਸਰ, ਬਿਕੋਜ਼ ਉਹ ਨਾਰਮਲੀ ਹਜ਼ਾਰਾਂ ਫਾਈਲਸ ਨੂੰ ਡੀਲ ਕਰਦੇ ਆ। ਉਹਨਾਂ ਨੂੰ ਪਤਾ ਹੈ ਕਿ ਇੱਕ ਬੱਚਾ CBSE ਤੋਂ ਤਾਂ 60% ਲੈ ਰਿਹਾ, ਲੇਕਿਨ ਪੰਜਾਬ ਬੋਰਡ ਤੋਂ ਲੈ ਰਿਹਾ 80%, ਲੇਕਿਨ ਆਇਲਸ ਦੇ ਬੈਂਡ ਫਿਰ ਵੀ 5.5 ਤਾਂ ਡਿਫਰੈਂਸ ਸਰ ਆਂਦਾ ਹੈ। ਮਾਈਂਡਸੈਟ ਹੈ। ਔਰ ਸਟੂਡੈਂਟ ਨੂੰ ਜਦ ਇੰਟਰਵਿਊ ਲਈ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਕਿ ਮੈਂ ਇੰਟਰਵਿਊ ਨਹੀਂ ਦੇ ਸਕਦਾ, ਤੁਸੀਂ ਮੇਰੀ ਇੰਟਰਵਿਊ ਮਤਲਬ ਇਹੋ ਜੀ ਜਗ੍ਹਾ ਐਡਮਿਸ਼ਨ ਕਰਾਓ ਜਿੱਥੇ ਇੰਟਰਵਿਊ ਨਾ ਆਵੇ। ਠੀਕ ਹੈ, ਤਾਂ ਇਹਦਾ ਮਤਲਬ ਸਰ ਕਿ ਸਟੂਡੈਂਟ ਕੈਪੇਬਲ ਨਹੀਂ ਹੈਗਾ ਕਿਤੇ ਨਾ ਕਿਤੇ। ਓਕੇ, ਕਿਹੜੀ ਪ੍ਰੋਫਾਈਲ ਨੂੰ ਪੋਜ਼ਿਟਿਵ ਦੇਖਦੇ ਹੋ? ਜਿਹੜੇ ਪੰਜਾਬ ਬੋਰਡ ਵਾਲੀ ਹੈ, ਯੂਨੀਵਰਸਿਟੀ ਵੀ ਲਏਗੀ, AL1 ਜਿਹੜੇ ਇੰਸਟੀਟਿਊਸ਼ਨਸ ਨੇ ਉਹ ਵੀ ਹੈਪੀਲੀ ਉਹਨੂੰ ਐਕਸੈਪਟ ਕਰਨਗੇ, ਤੇ ਐਮਬੈਸੀ ਵੀ ਉਹਨੂੰ ਵੀਜ਼ਾ ਦੇਗੀ? ਸਰ ਇੱਕ ਤਾਂ ਚੇਂਜ ਆਫ ਬੋਰਡ ਨਾ ਹੋਵੇ, CBSE ਟੂ ਸਟੇਟ ਬੋਰਡ ਨਾ ਸ਼ਿਫਟ ਹੋਵੇ, 6 ਬੈਂਡ ਹੋਣ, ਪਰਸੈਂਟੇਜ ਜੇ ਸਟੇਟ ਬੋਰਡ ਹੈ ਤਾਂ 65% ਮੇਜਰ 4 ਦੇ ਵਿੱਚ ਹੋਵੇ, CBSE ਜੇ ਸਟੂਡੈਂਟ ਹੈ ਤਾਂ 60% ਮੇਜਰ 4 ਦੇ ਵਿੱਚ ਹੋਣਗੇ। ਇਹ ਪੋਜ਼ਿਟਿਵ ਪ੍ਰੋਫਾਈਲਸ ਮੰਨੀਆਂ ਜਾਂਦੀਆਂ ਸਰ। ਕਈ ਵਾਰੀ ਹੁੰਦਾ ਵੀ ਜਿਵੇਂ 10th ਤੱਕ ਬੱਚੇ ਨੇ ਇੱਕ ਜਗ੍ਹਾ ਤੇ ਕੀਤਾ, ਉਹ ਤੋਂ +1 +2 ਅੱਗੇ ਸੇਮ ਬੋਰਡ ਨਾਲ ਸਕੂਲ ਨਹੀਂ ਹੈ, ਉਸ ਸਥਿਤੀ ਦੇ ਵਿੱਚ ਚੇਂਜ ਕਰਨਾ ਵੀ ਪੈਂਦਾ, ਕਿਉਂਕਿ ਦੂਸਰਾ ਜੇ ਗੱਲ ਕਰੀਏ ਵੀ CBSE ਸਕੂਲ ਬਹੁਤ ਦੂਰ ਪੈਂਦਾ, ਉਸ ਸਿਚੁਏਸ਼ਨ ਦੇ ਵਿੱਚ ਇਹਨੂੰ ਮੰਨਿਆ ਜਾਏਗਾ ਕਿ ਨਹੀਂ? ਸਰ ਉਸ ਸਿਚੁਏਸ਼ਨ ਚ ਕਈ ਕਾਲਜਸ ਲੈ ਵੀ ਲੈਂਦੇ ਆ, ਬਟ ਉੱਥੇ ਫਿਰ ਗੱਲ ਆ ਜਾਂਦੀ ਹੈ ਆਇਲ ਸਕੋਰ ਦੀ। ਜੇ ਤੁਸੀਂ ਬੋਰਡ ਚੇਂਜ ਵੀ ਕੀਤਾ ਤੇ ਬੈਂਡ ਸਕੋਰ ਤੁਹਾਡੇ ਉਨੇ ਹੀ ਰਹਿ ਰਹੇ ਹੈ, ਠੀਕ ਹੈ, ਤਾਂ ਡੈਫੀਨਿਟਲੀ ਸਰ ਫਰਕ ਤਾਂ ਪੈਂਦਾ ਹੈ। ਪ੍ਰਦੀਪ ਜੀ, ਅਸੀਂ ਹੁਣ ਪੰਜਾਬ ਬੋਰਡ ਦਾ ਵੀ ਰਿਜ਼ਲਟ ਦੇਖਿਆ, ਉਹਨਾਂ ਨੇ ਲੀਨੀਅੰਸੀ ਨਹੀਂ ਵਰਤੀ, ਸਟ੍ਰਿਕਟ ਹੋਇਆ ਕਿਤੇ ਨਾ ਕਿਤੇ ਪੰਜਾਬ ਬੋਰਡ। ਸੋ ਉਸ ਦੇ ਰਿਜ਼ਲਟਸ ਵੀ ਸਾਡੇ ਸਾਹਮਣੇ ਆਏ ਨੇ, ਪਿਛਲੇ ਸਾਲ ਨਾਲੋਂ ਇਸ ਸਾਲ ਰਿਜ਼ਲਟ ਪਰਸੈਂਟੇਜ ਵਾਈਜ਼ ਬਹੁਤ ਘਟ ਗਏ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਪੋਜ਼ਿਟਿਵ ਹੈ, ਬੱਚੇ ਦਾ ਮਾਈਂਡ ਸੈਟਅਪ ਹੋ ਜਾਏਗਾ ਸਟ੍ਰਿਕਟ ਹੋਇਆ ਬੋर्ड, या ਇਹਦੇ ਚ ਕੋਈ नुकसान है? डेफिनेटली पॉजिटिव है, एग्जाम्पल सेट होगा। अगर निकल रुकी है, अगर निकल बच्चे ने नहीं की है और लीनियंसी नहीं दी है, तो डेफिनेटली जो बच्चा जस्टिफाई करता है, जो बच्चा रियली डिजर्व करता है, उसका स्कोर आया है,
और जो बच्चा डिजर्व नहीं करता, उसका स्कोर नहीं आता, डेफिनेटली आने वाले टाइम में सर ये वो चीजें जा चुकी हैं कि आप निकल करो, पास हो जाओ, आगे सेटल हो जाओगे। आप यहाँ से पास होगे, बाहर जाकर सेट नहीं हो पाओगे, फायदा क्या है? आप जब वहाँ की एजुकेशन के साथ कोप अप नहीं कर पाओगे तो फायदा क्या है? तो रियली इट्स ए ग्रेट थिंग। और इसके एक एग्जाम्पल सेट होता है कि बच्चों को ये लगेगा कि हाँ भाई, चाहे पंजाब बोर्ड है चाहे हरियाणा बोर्ड है, तो पढ़ना पढ़ेंगे तभी कामयाब होंगे, और आगे वैल्यू भी इसी चीज की है। बिल्कुल ठीक गल कही, क्योंकि ये माइंड सैटअप होना चाहिए प्रॉपरली थोड़ा भी जाके पढ़ के ही कामयाब होना है। ਜਿਹੜੀ ਪਹੁੰਚ ਮੁਹਿੰਮ ਹੈ ਉਹਨੂੰ ਕਿਤੇ ਨਾ ਕਿਤੇ ਰੋਕਣਾ ਪਏਗਾ, ਰੁਕ ਵੀ ਰਹੀ ਹੈ। ਕੁਝ ਐਮਬੈਸੀ ਹਾਈ ਕਮਿਸ਼ਨ ਸਟ੍ਰਿਕਟ ਹੋ ਰਹੀਆਂ ਨੇ, ਕੁਝ ਸਾਡੇ ਕੰਸਲਟੈਂਟ ਵੀ ਹੁਣ ਚੂਜ਼ ਹੀ ਹੋ ਗਏ ਵੀ ਜਿਹੜੀ ਚੰਗੀ ਪ੍ਰੋਫਾਈਲ ਹੈ ਉਹਨੂੰ ਹੀ ਲਾਇਆ ਜਾਏਗਾ। ਗਲਤ ਪ੍ਰੋਫਾਈਲ ਆਪਣਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਕਰ ਰਿਹਾ, ਸੋ ਐਸਾ ਨਾ ਕਰੋ। ਇੱਕ ਸਹੀ ਮਾਈਂਡ ਸੈਟਅਪ, ਸਹੀ ਕੰਸਲਟੈਂਟ ਦੀ ਚੋਣ ਦੇ ਨਾਲ ਡਿਸੀਜਨ ਜਿਹੜਾ ਉਹ ਤੁਹਾਨੂੰ ਲੈਣਾ ਚਾਹੀਦਾ। ਕੋਈ ਵੀ ਮਨ ਦੇ ਵਿੱਚ ਸਵਾਲ ਆਸਟ੍ਰੇਲੀਆ ਨੂੰ ਲੈ ਕੇ ਆ ਰਿਹਾ ਤਾਂ ਵੀ ਤੁਸੀਂ ਪ੍ਰਦੀਪ ਜੀ ਦੀ ਟੀਮ ਤੱਕ, ਜਸਲੀਨ ਦੀ ਟੀਮ ਦੇ ਤੱਕ ਉਸ ਨੰਬਰ ਤੇ ਕਾਲ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ ਜਿਹੜਾ ਟੀਵੀ ਸਕਰੀਨ ਤੇ ਫਲੈਸ਼ ਹੋ ਰਿਹਾ ਹੈ। ਜਸਲੀਨ, ਆਸਟ੍ਰੇਲੀਆ ਦੇ ਵਿੱਚ ਵੀ ਸੇਮ ਪ੍ਰੋਬਲਮ ਸੇਮ ਐਜ਼ ਨਿਊਜ਼ੀਲੈਂਡ ਦੇਖੀਏ, ਫੰਡਸ ਨੂੰ ਲੈ ਕੇ ਆਉਂਦੀ ਹੈ। ਫੰਡਸ 3 ਮਹੀਨੇ ਪੁਰਾਣੇ, ਸੋਰਸ ਆਫ ਇਨਕਮ, ਇਹ ਚੀਜ਼ਾਂ ਬਹੁਤ ਵੱਡਾ ਇੱਕ ਜਿਹੜਾ ਪੁਆਇੰਟ ਹੈਗੀਆਂ ਵੀ ਜਿਹੜੇ ਬੱਚਾ ਥੋੜਾ ਕ੍ਰੇਜ਼ ਘਟਿਆ। ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਸਰ ਦੇਖੋ, ਫੰਡਿੰਗ ਇੰਨਾ ਵੱਡਾ ਇਸ਼ੂ ਨਹੀਂ ਹੁੰਦਾ। ਜੇ ਸਟੂਡੈਂਟ ਇੰਨੀ ਫੀਸ ਅਫੋਰਡ ਕਰ ਸਕਦਾ ਹੈ ਤਾਂ ਐਮਬੈਸੀ ਐਕਸਪੈਕਟ ਕਰਦੀ ਹੈ ਕਿ ਉਹਦੇ ਕੋਲ ਅੱਗੇ, ਸਪੋਜ਼ ਜੇ 3 ਸਾਲ ਦਾ ਕੋਰਸ ਹੈ ਤਾਂ ਉਹਦੇ ਕੋਲ ਅੱਗੇ ਦੀ ਵੀ ਫੀਸ ਹੋਣੀ ਚਾਹੀਦੀ ਹੈ। ਬਿਕਾਜ਼ ਇੱਥੋਂ ਸਟੂਡੈਂਟ ਮੋਸਟਲੀ ਕੀ ਕਰਦਾ ਕਿ ਬਸ ਤੁਸੀਂ ਮੈਨੂੰ ਇਸ ਸਾਲ ਬਾਹਰ ਭੇਜ ਦਿਓ, ਮੈਂ ਉੱਥੋਂ ਹੀ ਅਰਨ ਕਰਕੇ ਆਪਣੀ ਫੀਸਿਸ ਕੱਢ ਲੂੰਗਾ। ਬਿਲਕੁਲ ਠੀਕ ਜੀ। ਤੇ ਐਮਬੈਸੀ ਐਕਸਪੈਕਟ ਕਰਦੀ ਹੈ ਕਿ ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਆ ਰਹੇ ਹੋ ਤਾਂ ਤੁਹਾਡਾ ਓਨਲੀ ਮੋਟਿਵ ਸਿਰਫ ਸਟੱਡੀ ਹੋਣਾ ਚਾਹੀਦਾ, ਨਾ ਕਿ ਕੰਮ ਕਰਨਾ ਹੋਣਾ ਚਾਹੀਦਾ। जीटीई बेसिकली जेन्युइन टेम्परेरी एंट्रेंट दे होगा। फाइनेंशियल साउंड होने चाहिए, आपके पास पैसा होना चाहिए, आप पैसा होगा तभी आप जा पाओगे। अफोर्डेबिलिटी बेसिकली दिखानी पड़ेगी जी। और पेरेंट फंड्स के साथ साथ आज की डेट में मोस्टली कॉलेज तो वैसे 3 मंथ ओल्ड मांगते हैं, कुछ कॉलेज ऐसे हैं जो आज की डेट में रिसेंट फंड भी ले रहे हैं विद सोर्स। और इसके अलावा पेरेंट्स का एनुअल इनकम बहुत जरूर देखते हैं कि पेरेंट्स की एनुअल इनकम है या नहीं है, क्योंकि एक बच्चा, खासकर हमारे यहाँ पे नॉर्थ इंडिया में क्या देखा गया कि वो टैक्स तो देते ही नहीं, ठीक है, टैक्स पे ही नहीं करते। 3 लाख की आईटीआर भरते हैं। पापा क्या करते हैं जी? 3 लाख की आईटीआर। मम्मा क्या करती है? हाउसवाइफ है जी। भाई बहन क्या करते हैं जी? ट्यूशन पढ़ाते हैं लेकिन आईटीआर नहीं भरते। अच्छा, इसका मतलब 3 लाख रुपए कमाने वाला बंदा सालाना 22-25 लाख रुपए कैसे कर सकता है? तो ये मेरा एक, इसी कारण से रिफ्यूजल्स भी आते हैं। एम्बेसी बोलती है 3 लाख वाला नहीं कर सकता। तो उसी लिए आज की डेट में ये बहुत जरूरी हो गया है कि आप जो भी प्रोफेशन, जिस भी बिजनेस में है, जो भी आप काम करते हो, होनेस्टी के साथ अपनी आईटीआर भरो। जो भी प्रोफेशन है उसके हिसाब से आईटीआर भरो। मम्मी अगर बुटीक चलाती है तो बुटीक की आईटीआर, पापा अगर एग्रीकल्चरिस्ट है तहसीलदार इनकम सर्टिफिकेट, प्रॉपर्टी बिजनेस है तो प्रॉपर्टी का क्या नाम आईटीआर, कोई रेंटल इनकम है तो रेंटल की आईटीआर, बहन भाई अगर कोई जॉब कर रहे हैं तो उनकी आईटीआर, अगर वो क्या नाम है कोई ट्यूशन घर पे पढ़ा रहे हैं तो डेफिनेटली इनकम हो रही है, उसके हिसाब से उसकी आईटीआर दिखाओ। तो जब ये सारी चीजें क्लब होती है, एम्बेसी को लगता है कि पापा भी कमा रहे, मम्मी भी कमा रही, भाई बहन भी कमा रहे, और रियली वो कमा भी रहे होते हैं, वो सारी की चीजें जब आईटीआर के रूप में आगे जाती है तो एम्बेसी को लगता है कि यार 15, 16, 17 लाख रुपए सालाना कमाने वाला 20-22 लाख रुपए खर्च सकता है। तो ये बहुत बड़ी जरूरत है। तो रिक्वेस्ट है कि आप अपने जो भी प्रोफेशन में उस हिसाब से अपने पैन कार्ड बना के आईटीआर जरूर भरो, और खासकर स्टूडेंट भी अपना पैन कार्ड बनवाएं। जब आपकी अकाउंट से फीस आगे जाती है तो आज की डेट में सारे के सारे बैंक पैन कार्ड मांगते हैं। 50,000 से ज्यादा कोई भी ट्रांजेक्शन आज की डेट में विदाउट पैन कार्ड नहीं हो सकती। ਸੋ ਇਹ ਛੋਟੀ ਛੋਟੀ ਚੀਜ਼ਾਂ ਨੇ ਜੀ, ਜਿਹੜੀ ਪਹਿਲਾਂ ਹੀ ਹੋਮਵਰਕ ਸ਼ੁਰੂ ਹੋ ਜਾਵੇ ਤਾਂ ਉਹਨੂੰ ਆਪਾਂ ਪ੍ਰੈਕਟੀਕਲੀ ਉਸ ਚੀਜ਼ ਨੂੰ ਦੇਖ ਸਕਦੇ ਹਾਂ, ਉਹਦਾ ਫਾਇਦਾ ਆਉਂਦਾ। ਹੁਣ 3 ਲੱਖ ਕਮਾਉਣ ਵਾਲਾ ਬਿਲਕੁਲ ਠੀਕ ਹੈ, ਉਹ 20 ਲੱਖ ਫੀਸ ਕਿਵੇਂ ਅਫੋਰਡ ਕਰੇਗਾ, ਅਫੋਰਡੇਬਿਲਿਟੀ ਕਿਵੇਂ ਦਿਖਾਓਗੇ, ਪਾਕਟ ਅਲਾਉ ਕਰਦੀ ਹੈ। ਸੋ ਇਹ ਚੀਜ਼ਾਂ ਬਹੁਤ ਵੱਡਾ ਮੈਟਰ ਕਰਦੀਆਂ ਵੀਜ਼ਾ ਲੈਣ ਦੇ ਵਿੱਚ। ਇਹ ਚੀਜ਼ਾਂ ਨੂੰ ਤੁਸੀਂ ਸਮਝਣਾ ਹੈ, ਸਮਝ ਕੇ ਉਹਨਾਂ ਨੂੰ ਅਪਣਾਉਣਾ ਵੀ ਹੈ। ਕੋਈ ਵੀ ਜਾਣਕਾਰੀ ਚਾਹੀਦੀ ਹੈ, ਅਸੈਸਮੈਂਟ ਕਰਾਉਣਾ ਚਾਹੁੰਦੇ ਹੋ ਤਾਂ ਪ੍ਰਦੀਪ ਜੀ ਦੀ ਟੀਮ ਤੱਕ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਜਸਲੀਨ, ਫੰਡਸ ਐਕਸੈਪਟੇਬਲ ਕਿਹੜੇ ਹੁੰਦੇ ਆ? ਹੁਣ ਦੇਖੋ 22-25 ਲੱਖ ਜਾਂ 28 ਲੱਖ ਕਿਸੇ ਕੋਲ ਪੁਰਾਣਾ ਨਹੀਂ ਪਿਆ ਹੁੰਦਾ, ਅਸੀਂ ਵੀ ਮੰਨਦੇ ਹਾਂ, ਐਫਡੀਜ਼ ਨਹੀਂ ਹੁੰਦੀਆਂ, ਸੇਵਿੰਗ 'ਚ ਨਹੀਂ ਹੁੰਦੇ, ਬਟ ਐਕਸਪੈਕਟਡ ਕਿਹੜੇ? ਸਰ ਜੇ ਤਾਂ ਸਟੂਡੈਂਟ ਦੇ ਪੈਰੈਂਟਸ ਗਵਰਨਮੈਂਟ ਜੌਬ 'ਚ ਹੁੰਦੇ ਆ ਤਾਂ ਨਾਰਮਲੀ ਉਹਨਾਂ ਦਾ ਜੀਪੀਐਫ ਹੁੰਦਾ ਜਾਂ ਈਪੀਐਫ ਹੁੰਦਾ, ਤੇ ਉਹ ਵਾਲੇ ਫੰਡ ਅਸੀਂ ਯੂਜ਼ ਕਰ ਸਕਦੇ ਹਾਂ। ਜੇ ਕਿਸੇ ਵੀ ਸਟੂਡੈਂਟ ਦੇ ਪੈਰੈਂਟਸ ਕੋਲ ਜਾਂ ਗ੍ਰੈਂਡ ਪੈਰੈਂਟਸ ਕੋਲ ਜਾਂ ਮੈਟਰਨਲ ਗ੍ਰੈਂਡ ਪੈਰੈਂਟਸ ਕੋਲ ਐਫਡੀ ਜਾਂ ਸੇਵਿੰਗ ਦੇ ਵਿੱਚ ਥੋੜਾ ਅਮਾਉਂਟ ਵੀ ਪਿਆ ਹੈ ਤਾਂ ਉਹ ਵੀ ਅਸੀਂ ਯੂਟਿਲਾਈਜ਼ ਕਰ ਸਕਦੇ ਹਾਂ। ਇਹ ਸਾਰਾ ਐਕਸੈਪਟ ਹੋਏਗਾ ਜੀ ਸਰ। ਇਹ ਹੁਣ ਜਿਵੇਂ ਇਹ ਥਰਡ ਪਾਰਟੀ 'ਚ ਨਹੀਂ ਆਏਗਾ, ਦਾਦਾ ਦਾਦੀ, ਨਾਨਾ ਨਾਨੀ ਜਾਂ ਭੂਆ ਤੋਂ ਲੈ ਲਿਆ ਕੁਝ? ਦਾਦਾ ਦਾਦੀ ਤੇ ਨਾਨਾ ਨਾਨੀ ਬਲੱਡ ਰਿਲੇਟਿਵਸ ਜਾਂਦੇ। ਜੇ ਆਪਾਂ ਭੂਆ, ਮਾਸੀ, ਤਾਇਆ ਜੀ, ਮਾਮਾ ਜੀ ਇਹਨਾਂ ਦੀ ਗੱਲ ਕਰੀਏ, ਇਹ ਥਰਡ ਪਾਰਟੀ ਚ ਆ ਜਾਂਦੇ। ਇਹ ਮੰਨਿਆ ਜਾਏਗਾ ਕਿ ਨਹੀਂ ਸਰ, ਬਹੁਤ ਲਿਮਿਟਿਡ ਪਾਰਟ, ਉਹ ਵੀ ਕੁਝ ਯੂਨੀਵਰਸਿਟੀਜ਼ ਐਕਸੈਪਟ ਕਰਦੀਆਂ। ਹਰ ਕਿੰਨੇ ਪਰਸੈਂਟ ਜਿਹੜੀ ਉਹ ਹੈਲਪ ਲੈ ਸਕਦੇ? ਅਸੀਂ ਲੈ ਕੇ ਚੱਲਦੇ ਹਾਂ ਕਿ 30% ਮਤਲਬ 3 ਤੋਂ 4 ਲੱਖ ਮੈਕਸਿਮਮ, ਇਸ ਤੋਂ ਜ਼ਿਆਦਾ। ਹੁਣ ਕਈ ਵਾਰੀ ਹੁੰਦਾ ਕਿਸੇ ਦਾ ਬ੍ਰਦਰ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਹੈ ਜਾਂ ਕੈਨੇਡਾ 'ਚ ਜਾਂ ਨਿਊਜ਼ੀਲੈਂਡ 'ਚ ਹੈ, ਜੀ, ਉਹਨੂੰ ਉੱਥੋਂ ਸਪਾਂਸਰ ਕਰਨਾ ਚਾਹੁੰਦਾ, ਕੀ ਉਹ ਕਰ ਪਾਏਗਾ?
ਜਾਂ ਉਹਦੇ 'ਚ ਉਹਨੂੰ ਕੋਈ ਦਿੱਕਤ ਆਏਗੀ? ਸਰ ਉਹ ਕਰ ਸਕਦਾ, ਡੈਫੀਨਿਟਲੀ ਉਹ ਕਰ ਸਕਦਾ। ਜੇ ਉਹਦੇ ਕੋਲ ਫੰਡਸ 3 ਮਹੀਨੇ ਪੁਰਾਣੇ ਹੈਗੇ ਆ ਤਾਂ ਬਿਲਕੁਲ ਮਤਲਬ ਸੋਰਸ ਆਫ ਇਨਕਮ ਉਹਦੇ ਕੋਲ ਅਵੇਲੇਬਲ ਹੈ ਤਾਂ ਬਿਲਕੁਲ ਉਹ ਕਰ ਸਕਦਾ। ਬਿਲਕੁਲ ਕਰ ਸਕਦਾ। ਕੀ ਕਹਿਣਾ ਖਾਸ ਆਸਟ੍ਰੇਲੀਆ ਨੂੰ ਲੈ ਕੇ, ਕਿਉਂਕਿ ਅੱਜ ਕੰਟਰੀ ਹੈਡ ਸਾਡੇ ਨਾਲ ਨੇ ਤਾਂ ਆਸਟ੍ਰੇਲੀਆ ਦੀ ਗੱਲ ਕਰਨੀ ਵੀ ਬਣਦੀ ਸੀ। ਕੈਨੇਡਾ ਦੇ ਤਾਂ तो पूछा ही जा रहा ਨਹੀਂ ਸਰ, ਦੇਖੋ ਕੈਨੇਡਾ ਬਾਰੇ ਵੀ ਸਵਾਲ ਕਰਾਂਗੇ ਬਟ ਜਿਹੜੇ ਗੈਸਟ ਆਏ ਨੇ ਉਹਨਾਂ ਦਾ ਐਕਸਪੀਰੀਅੰਸ ਵੀ ਸ਼ੇਅਰ ਕਰਨਾ ਜ਼ਰੂਰੀ, ਕਿਉਂਕਿ ਇਹ ਵੀ ਚੀਜ਼ਾਂ ਨੇ ਪ੍ਰਦੀਪ ਜੀ। ਫੰਡਸ ਨੂੰ ਲੈ ਕੇ ਪ੍ਰੋਬਲਮ, ਫੰਡ ਕਿਹੜੇ ਮੰਨੇ ਜਾਣਗੇ, ਨਹੀਂ ਮੰਨੇ ਜਾਣਗੇ, ਵੀਜ਼ਾ ਆ ਰਿਹਾ ਨਹੀਂ ਆ ਰਿਹਾ, ਕਿਹੜੀ ਪ੍ਰੋਫਾਈਲ ਦਾ ਆ ਰਿਹਾ, ਇਹ ਬੜੀ ਜੈਨੂਇਨ ਜੇ ਕੁਐਸਚਨ ਨੇ ਔਰ ਬੱਚਾ ਚਾਹੁੰਦਾ। ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦਾ ਕੀ ਗਾਈਡ ਕਰਨਾ ਚਾਹੁੰਦੇ ਇਸ ਟਾਈਮ ਜਿਹੜੇ ਆਸਟ੍ਰੇਲੀਆ ਜਾਣ ਦਾ ਮਨ ਬਣਾ ਰਹੇ ਨੇ ਬਟ कंफ्यूज ਨੇ? देखिए ऑस्ट्रेलिया में 3-4 चीजों को आपने ध्यान रखना है। ऑस्ट्रेलिया बहुत बढ़िया कंट्री है, 180 कंट्रीज के लोग वहां पे पढ़ने आते हैं। एक तो वो जेन्युइन स्टूडेंट्स मांगते हैं जिसमें जीटी जेन्युइन टेम्परेरी इंटरेंट आपको फॉलो करना पड़ेगा। इसको थोड़ा सा ब्रीफली समझें, जीटीई क्या मतलब? जी मतलब जेन्युइन मतलब सॉलिड, टी मतलब टेम्परेरी, जो टेम्परेरी जाने वाले हैं, परमानेंट जो नहीं जा रहे हैं, इंटरेंट मतलब वहां एंट्री करने वाले, जीटी जेन्युइन टेम्परेरी इंटरेंट। अब इसके अंदर कुछ चीजें हैं जो जरूरी है। एक तो आपकी एकेडमिक, आपकी एजुकेशन शुड बी सॉलिड। जैसे मैम ने बताया, जसलीन मैम में, कि हरियाणा और पंजाब बोर्ड या जैसे स्टेट बोर्ड से वो 65% मोस्टली, खासकर टेफ कॉलेज, गवर्नमेंट कॉलेज जो है वो 60 और 65% के आसपास मांग रहे हैं। मेजर 4 सब्जेक्ट्स सबसे ज्यादा वैल्यू रखते हैं, जैसे फिजिक्स, केमिस्ट्री, मैथ और आपकी इंग्लिश। कॉमर्स वाले बच्चों के लिए इंग्लिश, आपकी मैथ, अपना क्या नाम है, बिजनेस, इकोनॉमिक्स और अकाउंट्स। तो ये जो सब्जेक्ट्स हैं ये मेजर 4 सब्जेक्ट्स गिने जाते हैं। इनमें आपकी परसेंटेज बहुत अच्छी होनी चाहिए। अदरवाइज क्या होता है कि यहाँ पे बच्चों इनमें 50 और 55 आ गए, लेकिन फिजिकल एजुकेशन, कंप्यूटर में या फिर आपका म्यूजिक में 90% नंबर लेके 75 और 80% बच्चा कर लेता है, तो उसका कोई फायदा नहीं है। एम्बेसी समझ चुकी है इसमें। और इसमें भी मेजर सब्जेक्ट्स में भी थ्योरी और प्रैक्टिकल भी देखा जाता है। प्रैक्टिकल में तो आपने लगवा लिया, थ्योरी में कितने हैं सर? ये कई जगह होता भी ਤੁਸੀਂ ਉਹਨੂੰ ਮਨਾ ਕਰਦੇ ਹੋ ਤੇਰੇ ਜਿਹੜੇ ਮੇਜਰ 4 ਸਬਜੈਕਟਸ ਨੇ ਉਹ ਠੀਕ नहीं, ਉਹਦੇ ਚ परफॉर्मेंस हैगी या ग्रेड्स ठीक नहीं है, परसेंटेज ठीक नहीं है, बट दूसरा उन्होंने हाँ कर देता। मैं वही बता रहा हूँ, मुझे मेरा जीटी कंप्लीट होने दो। तो इसमें क्या होता है कि जो जैसे टेफ कॉलेज है वो तो मना करेंगे, सीधी सी बात है। कुछ प्राइवेट कॉलेज दे देते हैं एडमिशन, हमने वीजा भी लिए हैं, 58% पे भी वीजा लिया है, 55 पे वीजा लिया है, लेकिन आईएएस में उनके 6 बैंड थे या पीटी में 6 बैंड बनते थे। तो ये देखा जाएगा कि एक गवर्नमेंट कॉलेज या यूनिवर्सिटी आपको एक्सेप्ट नहीं कर रही, तो कुछ प्राइवेट कॉलेज भी ले लेते हैं। तो जीटी में जरूर नहीं है कि यही आपकी मार्क्स ही देखे जाएंगे, और भी चीजें होती है जो मैं आगे बताने जा रहा हूँ। तो आपकी एजुकेशन अच्छी होनी चाहिए। सेकंड चीज आती है कि भाई आपका गैप नहीं होना चाहिए। गैप है तो वो जस्टिफाई आपको करना पड़ेगा। लाइक आपने एंट्रेंस एग्जाम की टेस्ट दी, आपका मेडिकल कोई प्रॉब्लम थी या आपने वर्क किया है, तो उससे रिलेटेड सारे डॉक्यूमेंट्स आपको देने पड़ेंगे। इसके अलावा आपको आइल्स में आपको अच्छा स्कोर लेना पड़ेगा। इसके लिए ये इसलिए जरूरी है क्योंकि हम एक नॉन इंग्लिश कंट्री में रह रहे हैं। इंग्लिश कंट्री में जाना है तो डेफिनेटली, क्योंकि ये मीडियोकर टेस्ट है, ये आपको क्लियर करना पड़ेगा और अच्छे मार्क्स में। तो यहाँ पे स्टेट बोर्ड 6 बैंड की मैं कोशिश करूंगा बच्चों को बताने के लिए। 6 बैंड अगर हरियाणा और पंजाब बोर्ड से है, अगर आप किसी और बोर्ड से हैं तो 5.5 बैंड पे भी गुजारा हो सकता है। और इसके अलावा आपका फंड्स बहुत ज्यादा मैटर करते हैं। आपको 1 ईयर की ट्यूशन फीस, 1 ईयर की लिविंग कॉस्ट और रिटर्न ईयर फेयर आपको दिखाना है। अगर आप एडवांस डिप्लोमा में जा रहे हैं तो 19-20 लाख के, अगर आप बैचलर्स में जा रहे हैं या मास्टर्स में जा रहे हैं तो 24-25 लाख के फंड्स आपने दिखाने हैं। अगेन 3 मंथ, मोस्टली कॉलेज या यूनिवर्सिटी 3 मंथ ओल्ड फंड मांगते हैं जिसमें आपका एजुकेशन लोन करंट का चलेगा। इसके अलावा एफडी सेविंग 3 महीने पुरानी होनी चाहिए। जीपीएफ, ईपीएफ, अगर आपके पेरेंट्स कोई गवर्नमेंट जॉब में है तो डिपार्टमेंट जितना लिख के देगा वो सब चल सकता है। स्पॉन्सर आपको मम्मी पापा, दादा दादी, नाना नानी, भाई बहन, ये लोग स्पॉन्सर कर सकते हैं। इसके अलावा क्लोज रिलेटिव, चाचा ताऊ, काका मामा फूफा 30% तक कर सकते हैं। इसके अलावा जीटी में जो नेक्स्ट चीज आती है वो है जी आपकी एनुअल इनकम। जैसे अभी डिस्कस कर रहे थे कि 3 लाख वाला 23 लाख रुपए कहां से खर्चेगा। तो जितने भी आपके स्पॉन्सर्स हैं, मम्मी पापा, दादा दादी, नाना नानी, जो भी भाई बहन, तो उनके प्रोफेशंस के हिसाब से उनके आईटीआर या तहसीलदार इनकम सर्टिफिकेट होना चाहिए। तो प्लीज पैन कार्ड बनवाओ, जिस हिसाब से वो जो भी बिजनेस या ऑक्यूपेशन है उस हिसाब से उनकी आईटीआर इनकम टैक्स रिटर्न जरूर भरो। और एक चीज का आपने खास ध्यान रखना है, यहाँ पे मोस्टली फैमिलीज में क्या होता है, एजेंट्स क्या करते हैं, आपकी आईटीआर भरवा देते हैं। यहाँ एक चीज का आपने ध्यान रखना है, सेक्शन अंडर सेक्शन 80C के में आपको तकरीबन 1,80,000 तक की एग्जाम्पशन होती हैं। तो मतलब कई बार क्या होता है कि सेविंग के लिए पैसे जमा, जैसे पीपीएफ में बंदा जमा करा देते तो 1.5 लाख रुपए तक एग्जाम्प्ट है। या फिर आपने अपना क्या नाम है LIC ले ली, ICI प्रूडेंशियल वगैरह इस टाइप की किसी, जिसमें आपने सेविंग पैसा डाल दिया टैक्स को बचाने के लिए, तो वो आप जरूर दिखाइए। उस हिसाब से 3 लाख तक तो आपकी एग्जाम्प्ट है। मान लो 1.5 लाख रुपए आपने अंडर सेक्शन 80C में कहीं अगर डाल रखा है,
जैसे LIC का प्रीमियम आप पे कर रहे हो, या फिर आपका PPF में पे कर रहे हो, या फिर प्रूडेंशियल में आप पे कर रहे हो, तो ये भी एग्जाम्प्ट है। तो इस हिसाब से आपकी 4,80,000 रुपए तक की ITR विदाउट एनी टैक्स हो सकती है। तो ये मेरे से ज्यादा CA बताएगा, ये प्लीज आप जरूर ध्यान रखना। तो अगर आप इस टाइप की कहीं इन्वेस्टमेंट कर रहे हैं तो अपने CA को ITR भरने से पहले जरूर बताएं। और इसके अलावा आपके रिसर्च बहुत जरूरी है। वीजा ऑफिसर जानना चाहता है कि भैया आपने रिसर्च क्या की है, तो इसमें एजेंट्स की हेल्प मत लीजिए, आप खुद करिए। वाई ऑस्ट्रेलिया, वाई पर्टिकुलर दिस कोर्स, इंडिया में वही कोर्स 5 लाख में या 10 लाख में कर सकते हो, तो 25 लाख रुपए क्यों खर्चने जा रहे हो? आउटकम क्या होगा, इसकी जॉब किस टाइप की मिलेगी, कहां पे जॉब मिल सकती है। नेक्स्ट, लास्ट बट नॉट द लिस्ट, आपके जो इमिग्रेशन हिस्ट्री मैटर करती है कि आपका कोई इलीगल रिकॉर्ड तो नहीं है, आपने ऑस्ट्रेलिया से वापस आए हो तो कोई वहां पर आपने गलत काम तो नहीं किया, किसी और कंट्री में आपने गलत तो काम नहीं किया, आप कहीं से डिपोर्ट तो नहीं हो। दैट इज द GT। इसके हिसाब से एक बच्चे का वीजा लगता है, चाहे ये न्यूजीलैंड की बात कर लें, चाहे ऑस्ट्रेलिया की बात कर लें, कहीं ना कहीं थोड़ा थोड़ा ये कनाडा में भी ये चीजें चलती है। मेरे ख्याल हाथी ਦੇ ਪੈਰ 'ਚ ਸਾਰੇ ਹੀ ਆ ਜਾਂਦੇ ਨੇ ਜੀ, ਉਹਦੇ ਵਿੱਚ ਫਿਰ ਸਾਰੀਆਂ ਚੀਜ਼ਾਂ ਸਮਝ ਆਈਆਂ। GT ਹਰ कंट्री ਨੂੰ ਚਾਹੀਦਾ, चाहे वो कनाडा, चाहे ऑस्ट्रेलिया, चाहे न्यूजीलैंड। एक सर यहाँ पे मैं ऐड जरूर करना चाहूंगा, मैं ना पिछले कुछ टाइम में कुछ ऐसी चीजें देखी है मैंने, काफी फैमिली जिस टाइप की मिलने आती है कि बच्चों को चांस मिलता है जाने का, लेकिन वहां पे वो मतलब एक तरह से बैल खुला जाता है, मतलब उनको लगता है मेरे आगे पीछे कोई नहीं अब तो फैमिली में जो मेरा मतलब जो मुझे देख रहा है, वो गलत काम कर जाते हैं। ऐसे मैंने बहुत से बच्चे देखे जो ऑस्ट्रेलिया से रिजेक्ट वापस आए, डिपोर्ट हुए हैं, न्यूजीलैंड से डिपोर्ट हुए हैं, UK से डिपोर्ट हुए हैं। रीजंस, पढ़ाई नहीं करते वहां जाके, और जैसे लड़की टीज गर्ल्स को छेड़ दिया, ठीक है, टैक्सी चला रहे हो तब एक मेरे नॉन ने ऐसे ही किया था, गर्ल को छेड़ दिया तो उसको क्या नाम है अपना जेल भी हुई। ऐसे एक बच्चा मुझे जलंधर ऑफिस में आकर मिला कि उसने क्या किया कि वहां पे एक लड़की को गर्ल को छेड़ दिया और उसको 2 महीने मिले, सिर्फ 2 महीने में उसको डिपोर्ट किया गया, वहां से वापस भेजा और $2,000 का उस पर वो पड़ा, फाइन पड़ा और सोशल वर्क उसको करना पड़ा। तो कहने का मतलब उसकी पढ़ाई खत्म हुई, 15 लाख 16 लाख रुपए लगा के गया, फीस मर गई और करियर भी खराब हो गया। तो प्लीज इस तरह की कोशिश मत करिए, ये आपकी इमिग्रेशन हिस्ट्री खराब कर देती है। भगवान एक बार चांस देता है, बार बार चांस नहीं देता। बहुत अच्छे लकी इंसान हो तो हो सकता है बार बार आपको चांस मिल जाए, अदरवाइज चांस नहीं मिलता। छोटी छोटी टैक्नीकल चीज़ां ने जी, बट ये चीज़ां जरूरी ने जाननियां भी, ਜਿਹੜੇ ਬੱਚਾ ਜਾ ਕੇ ਗਲਤੀਆਂ ਕਰ ਲੈਂਦਾ ਉਹ ਨਾ ਕਰੇ। ਕੁਝ ਸਕਸੈਸ ਸਟੋਰੀਜ਼ ਵੀ ਤੁਹਾਡੇ ਤੱਕ ਸਾਂਝੇ ਕਰਨਾ ਚਾਹੁੰਦੇ ਆ, ਕਿਉਂਕਿ ਇਹ ਚੀਜ਼ਾਂ ਜਿਨ੍ਹਾਂ ਨੇ ਸਮਝੀਆਂ ਉਹ ਸਕਸੈਸ ਵੀ ਹੋਏ ਨੇ, ਉਹਨਾਂ ਦਾ ਕੀ ਕਹਿਣਾ ਹੈ ਖਾਸ ਸਾਡੇ ਪ੍ਰਦੀਪ ਜੀ ਦੀ ਟੀਮ ਬਾਰੇ, ਵੈਸਟਰਨ ਦੀ ਟੀਮ ਬਾਰੇ, ਆਓ ਦੇਖਦੇ ਹਾਂ। Hi guys, I'm Atul. Now I am in Australia. I just came through the Western Overseas and I'm here from the last 1 month and I'm in this college AIAS Advanced, Australian Institute of Advanced Studies from last 3 weeks. Now I have Advanced Diploma of Engineering and I personally suggest you to come in this college, study in this college because the location of the college is very good, and as well as if we talk about the teachers, they are really very good. They cope up with the students and they focus on each and every student that he is able to understand or not. And rather from the bookish knowledge, they took us to the Foundry on a previous some days. You can check that video on the Facebook, and within a coming couple of days we are again going to the Foundry so that we can understand better. So I personally suggest you to come in this college, and if you talk about the location of this college, that's also very good because the transport is easily available here. So I personally suggest you choose this college. Everyone, my name is Arshdeep Singh Sidhu from Sangrur. I applied my file from Western Overseas Chandigarh and I got my visa in 15 to 20 days, and here is my visa, Switzerland. Thanks to Chandigarh team, especially Pradeep sir. If you guys want to go any country, just go to Western Overseas Chandigarh and I think you will be very happy. My name is Jagmanveer Singh. I belong to Karnal district. I did my IELTS and scored 6 band. After completing my IELTS, I go to many consultants, but they did not guide me properly, and one of my friend guide me to go for Western Overseas, and I go to Western Overseas. They guide me very properly, and I lodged my file for Australia student visa in Kangan Institute for accounting course. I got my visa in 10 days, and the staff of Western Overseas is very cooperative, and if anyone want to go abroad, they have to visit Western Overseas once. This is my Australia visa. ਸਤਿ ਸ਼੍ਰੀ ਅਕਾਲ एवरीवन, मेरा नाम रणदीप सिंह है, मैं मलेरकोटला ਨੂੰ ਬਿਲੋਂਗ ਕਰਦਾ।
ਤੇ ਕੁਝ ਦਿਨ ਪਹਿਲਾਂ ਮੈਂ ਵੈਸਟਰਨ ਓਵਰਸੀਜ਼ ਵਿਜ਼ਿਟ ਕੀਤਾ ਆਸਟ੍ਰੇਲੀਆ ਦੇ ਵੀਜ਼ਾ ਕਾਉਂਸਲਿੰਗ ਰਿਗਾਰਡਿੰਗ, ਤੇ ਮੈਂ ਆਪਦਾ ਵੀਜ਼ਾ ਅਪਲਾਈ ਕੀਤਾ ਆਸਟ੍ਰੇਲੀਆ ਲਈ ਫੈਡਰੇਸ਼ਨ ਯੂਨੀਵਰਸਿਟੀ ਦੇ ਅੰਡਰ, ਐਂਡ ਆਈ ਗੋਟ ਮਾਈ ਵੀਜ਼ਾ ਵਿਦ ਇਨ 15 ਡੇਜ਼, ਐਂਡ ਮੇਰਾ ਕੋਰਸ ਬੈਚਲਰ ਆਫ ਇੰਫੋਰਮੇਸ਼ਨ ਟੈਕਨੋਲੋਜੀ ਹੈ, ਤੇ ਆਈ ਐਮ ਥੈਂਕਫੁਲ ਫॉर द ਸਰਵਿਸਿਜ਼ ਆਫ ਵੈਸਟਰਨ ਓਵਰਸੀਜ਼। ਥੈਂਕ ਯੂ ਐਵਰੀਵਨ। ਸੋ ਇਹ ਸੀ ਜੀ ਕੁਝ ਸਕਸੈਸ ਸਟੋਰੀਜ਼ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਵੈਸਟਰਨ ਓਵਰਸੀਜ਼ ਵੱਲੋਂ, ਜਿਨ੍ਹਾਂ ਦੇ ਵੀਜ਼ਾ ਆਏ ਸੀ, ਤੁਹਾਡੇ ਤੱਕ ਮਿਲਾਏ ਗਏ ਬੱਚੇ ਨੇ। ਤੁਸੀਂ ਵੀ ਮਿਲਣਾ ਚਾਹੁੰਦੇ ਹੋ ਇਹਨਾਂ ਤੱਕ, ਰਾਬਤਾ ਕਾਇਮ ਕਰਨਾ ਚਾਹੁੰਦੇ ਹੋ, ਇਹਨਾਂ ਦੇ ਆਫਿਸਿਸ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਨੇ, ਉੱਥੇ ਨੰਬਰ ਤੇ ਜਾਣਕਾਰੀ ਲੈ ਸਕਦੇ ਹੋ। ਵਿਜ਼ਿਟ ਕਰਕੇ ਫ੍ਰੀ ਆਫ ਕਾਸਟ ਕਾਉਂਸਲਿੰਗ ਦੀ ਸਰਵਿਸ ਵੀ ਲਈ ਜਾ ਸਕਦੀ ਹੈ। ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ ਡਿਸਕਸ਼ਨ ਅੱਗੇ ਵਧਾਉਣ ਦੇ ਲਈ। ਸੋ ਜਸਲੀਨ ਤੇ ਪ੍ਰਦੀਪ ਜੀ ਸ਼ੋਅ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਸਾਰੀ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਆਪਣੇ ਦੋਸਤਾਂ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।